ਹੈਲਥ ਪਲੱਸ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਡਾਕਟਰ ਗੁਰਸਰਨ ਸਿੱਧੂ ਜੀ ਦੇ ਨਾਲ, ਜੋ ਕਿ ਚੀਫ ਕੰਸਲਟੈਂਟ ਡਿਪਾਰਟਮੈਂਟ ਆਫ ਮੈਡੀਸਨ ਨੇ ਸਿੱਧੂ ਹਸਪਤਾਲ ਦੋਰਾਹਾ ਵਿਖੇ। ਸਮੇਂ-ਸਮੇਂ ਤੇ ਪੰਜਾਬ ਪਲੱਸ ਦੇ ਦਰਸ਼ਕਾਂ ਦੇ ਲਈ ਹੈਲਥ ਟਿਪਸ ਲੈ ਕੇ ਆਉਂਦੇ ਰਹਿੰਦੇ ਨੇ। ਡਾਕਟਰ ਸਿੱਧੂ ਜੀ ਦੇ ਬੇਟੇ ਡਾਕਟਰ ਅਭਿਤੇਜ ਸਿੱਧੂ, ਜੋ ਕਿ ECFMG ਸਰਟੀਫਾਈਡ MD ਨੇ ਅਤੇ ਯੂਨਾਈਟਿਡ ਸਟੇਟਸ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਨੇ, ਤੇ ਅੱਜ ਵੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਨੇ। ਇਹ ਜਾਣਕਾਰੀ ਹੈ ਡੈਂਗੀ ਫੀਵਰ ਬਾਰੇ। ਇਸ ਦੇ ਵਿੱਚ ਡਾਕਟਰ ਸਾਹਿਬ ਨੇ ਸਾਨੂੰ ਇਹ ਕਿਸ ਤਰ੍ਹਾਂ ਹੁੰਦਾ ਹੈ ਤੇ ਇਹਦੇ ਲਈ ਕਿਹੜੇ-ਕਿਹੜੇ ਪ੍ਰੀਕਾਸ਼ਨਸ ਸਾਨੂੰ ਧਿਆਨ 'ਚ ਰੱਖਣੇ ਪੈਣਗੇ, ਉਹਦੇ ਬਾਰੇ ਗੱਲਬਾਤ ਕੀਤੀ। ਆਓ ਕਰਦੇ ਹਾਂ ਗੱਲਬਾਤ ਡਾਕਟਰ ਗੁਰਸਰਨ ਸਿੱਧੂ ਜੀ ਦੇ ਨਾਲ ਤੇ ਜਾਣਦੇ ਹਾਂ ਉਹਨਾਂ ਦੇ ਕੋਲੋਂ ਡੈਂਗੀ ਫੀਵਰ ਬਾਰੇ। ਸਤਿ ਸ਼੍ਰੀ ਅਕਾਲ, ਮੈਂ ਡਾਕਟਰ ਗੁਰਸਰਨ ਸਿੱਧੂ, ਚੀਫ ਕੰਸਲਟੈਂਟ ਡਿਪਾਰਟਮੈਂਟ ਆਫ ਮੈਡੀਸਨ, ਸਿੱਧੂ ਹਸਪੀਟਲ ਦੋਰਾਹਾ ਤੋਂ ਤੁਹਾਡੇ ਰੂਬਰੂ ਹੋ ਰਹੀ ਹਾਂ। ਇਸ ਵਾਸਤੇ ਕਿ ਡੈਂਗੀ ਦਾ ਜਿਹੜਾ ਹੈ ਬਹੁਤ ਜ਼ਿਆਦਾ ਪੇਸ਼ੈਂਟਸ ਆਉਣੇ ਸ਼ੁਰੂ ਹੋਏ ਨੇ। ਪੰਜਾਬ ਦੇ ਕਿਸੇ ਇਲਾਕੇ ਦੇ ਵਿੱਚ ਘੱਟ, ਕਿਸੇ ਦੇ ਵਿੱਚ ਜ਼ਿਆਦਾ, ਤੇ ਹਰ ਸਾਲ ਹੀ ਡੈਂਗੀ ਫੀਵਰ ਹੁੰਦਾ ਹੈ। ਪਰ ਇਸ ਵਾਸਤੇ ਕਿ ਆਪਾਂ ਸਾਰਿਆਂ ਨੂੰ ਇਹਦੀ ਅਵੇਅਰਨੈਸ ਹੋ ਸਕੇ ਤਾਂ ਕਿ ਆਪਾਂ ਇਹਦੇ ਤੋਂ ਆਪਣਾ ਬਚਾਅ ਕਰ ਸਕੀਏ, ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਡੈਂਗੀ ਬੁਖਾਰ ਕੀ ਚੀਜ਼ ਹੈ? ਡੈਂਗੀ ਐਕਚੁਅਲੀ ਇੱਕ ਡੇਂਗੂ ਜਾਂ ਡੈਂਗੀ ਇੱਕ ਹੀ ਗੱਲ ਹੈ। ਡੈਂਗੀ ਫੀਵਰ ਜੋ ਹੈ ਇੱਕ ਵਾਇਰਲ ਫੀਵਰ ਹੈ, ਇਹਨੂੰ ਫਲੈਵੀ ਵਾਇਰਸ ਹੀ ਕਹਿੰਦੇ ਨੇ, ਤੇ ਇਹ 4 ਕਿਸਮ ਦਾ ਹੁੰਦਾ ਹੈ। ਡੈਂਗੀ 1, 2, 3, 4 ਇਹ 4 ਕਿਸਮ ਦੀ ਵਾਇਰਸ ਦੀ ਜੀਨੋਟਾਈਪ ਹੈ। ਪਰ ਇਹ ਵਾਇਰਸ ਹੁੰਦੀ ਕਿੱਥੇ ਹੈ? ਇਹ ਵਾਇਰਸ ਜਿਹੜੀ ਹੈ ਮੱਛਰ ਦੇ ਵਿੱਚ ਹੁੰਦੀ ਹੈ। ਉਹ ਮੱਛਰ ਵੀ ਖਾਸ ਕਿਸਮ ਦਾ ਮੱਛਰ ਹੈ। ਇਸ ਮੱਛਰ ਦਾ ਨਾਮ ਏਡਿਸ ਇਜਿਪਟਾਈ ਮੱਛਰ ਹੈ। ਇਹ ਜਿਹੜਾ ਮੱਛਰ ਮਲੇਰੀਆ ਕਰਦਾ ਉਹਦੇ ਨਾਲੋਂ ਡਿਫਰੈਂਟ ਕਿਸਮ ਦਾ ਮੱਛਰ ਹੁੰਦਾ ਹੈ, ਕਿਉਂਕਿ ਇਹ ਜ਼ਿਆਦਾ ਸ਼ਹਿਰੀ ਇਲਾਕਿਆਂ ਦੇ ਵਿੱਚ, ਅਸੀਂ ਪਹਿਲਾਂ ਹੁਣ ਤੱਕ ਕਹਿੰਦੇ ਸੀ ਕਿ ਸ਼ਾਇਦ ਗੰਦਗੀ ਕਰਕੇ ਬਿਮਾਰੀਆਂ ਜ਼ਿਆਦਾ ਫੈਲਦੀਆਂ ਨੇ, ਪਰ ਇਹ ਸਾਫ਼ ਪਾਣੀ ਦਾ ਮੱਛਰ ਹੁੰਦਾ ਹੈ। ਏਡੀਜ਼ ਇਜਿਪਟਾਈ ਹੁੰਦਾ ਹੈ। ਆਪਣੇ ਕੂਲਰਾਂ ਦੇ ਵਿੱਚ ਪਾਣੀ ਹੁੰਦਾ ਹੈ, ਗਮਲਿਆਂ ਦੇ ਵਿੱਚ ਪਾਣੀ ਹੁੰਦਾ ਹੈ, ਘਰਾਂ ਦੇ ਵਿੱਚ ਕਿਤੇ ਸਾਫ਼ ਨਾਲੀਆਂ ਦੇ ਵਿੱਚ ਵੀ ਪਾਣੀ ਹੁੰਦਾ ਹੈ। ਖੜਾ ਪਾਣੀ ਜਿਹੜਾ ਉੱਥੇ ਸਵਿਮਿੰਗ ਪੂਲਸ ਦੇ ਉੱਪਰ, ਔਰ ਇਹ ਪਾਣੀ ਜਿਹੜਾ ਖੜਾ ਹੁੰਦਾ ਹੈ ਸਾਫ਼ ਪਾਣੀ, ਅਰਬਨ ਇਲਾਕਿਆਂ ਦੇ ਵਿੱਚ ਜਾਂ ਪੇਂਡੂ ਇਲਾਕਿਆਂ ਦੇ ਵਿੱਚ ਇਹਨੂੰ ਸਾਫ਼ ਪਾਣੀ ਦਾ ਮੱਛਰ ਕਹਿੰਦੇ। ਸੋ ਇਹ ਮੱਛਰ ਜਦੋਂ ਬਾਈਟ ਕਰਦਾ ਹੈ ਤੇ ਇਹ ਉਸ ਵੇਲੇ ਜਿਹੜੀ ਆਪਣੀ ਵਾਇਰਸ ਜਿਹੜੀ ਮੱਛਰ ਦੇ ਅੰਦਰ ਹੁੰਦੀ ਹੈ ਉਹ ਇਨਸਾਨ ਦੇ ਅੰਦਰ ਛੱਡ ਜਾਂਦਾ। ਤਾਂ ਇਹਦੇ ਲੱਛਣ ਕੀ ਹੁੰਦੇ ਨੇ? ਸਾਨੂੰ ਕਿਵੇਂ ਪਤਾ ਲੱਗੇ ਕਿ ਇਹ ਪੇਸ਼ੈਂਟ ਨੂੰ ਡੈਂਗੀ ਬੁਖਾਰ ਹੋ ਗਿਆ? ਇਹਨੂੰ ਹੱਡੀ ਤੋੜ ਬੁਖਾਰ ਵੀ ਕਹਿੰਦੇ ਨੇ, ਕਿਉਂਕਿ ਇੰਨਾ ਜ਼ਿਆਦਾ ਇਹਦੇ ਵਿੱਚ ਬੋਡੀ ਏਕਸ ਹੁੰਦੀਆਂ, ਸਰੀਰ ਇੰਨਾ ਕੁ ਜ਼ਿਆਦਾ ਟੁੱਟਦਾ ਹੈ ਕਿ ਬਸ ਹੋ ਜਾਂਦੀ ਹੈ ਬੰਦੇ ਦੀ। ਔਰ ਬੁਖਾਰ ਜਿਹੜਾ ਹੈ ਉਹ ਹਾਈ ਗ੍ਰੇਡ ਫੀਵਰ ਹੁੰਦਾ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਕਿ 100, 102 ਇੰਨੇ ਤੱਕ। ਔਰ ਬੁਖਾਰ ਹਰ ਰੋਜ਼ ਹੀ ਹੁੰਦਾ ਹੈ। ਜਿਵੇਂ ਮਲੇਰੀਆ ਵਿੱਚ ਕਈ ਵਾਰੀ ਪਹਿਲਾਂ ਕਹਿੰਦੇ ਸੀ ਕਿ ਤੇਈਆ ਬੁਖਾਰ ਹੁੰਦਾ ਹੈ, ਇੱਕ ਦਿਨ ਛੱਡ ਕੇ ਹੁੰਦਾ ਹੈ। ਇਹਦਾ ਬੁਖਾਰ ਹਰ ਰੋਜ਼ ਹੀ ਹੁੰਦਾ ਹੈ। ਔਰ ਬੁਖਾਰ ਦੇ ਨਾਲ ਪੇਸ਼ੈਂਟਸ ਦੇ ਜਿਹੜੇ ਪਲੇਟਲੇਟਸ ਨੇ ਉਹ ਘਟਣੇ ਸ਼ੁਰੂ ਹੋ ਜਾਂਦੇ ਨੇ। ਉਹ ਪਲੇਟਲੇਟਸ ਘਟਣ ਦੇ ਕਰਕੇ ਪੇਸ਼ੈਂਟ ਨੂੰ ਸਿੰਪਟਮਸ ਜਿਹੜੇ ਨੇ ਕਿ ਕਿਤੇ ਬੋਡੀ ਦੇ ਉੱਤੇ ਲਾਲ ਨਿਸ਼ਾਨ, ਸਰੀਰ ਦਾ ਲਾਲ ਹੋਣਾ, ਕਿਸੇ ਨੂੰ ਨੱਕ 'ਚੋਂ ਖੂਨ ਆਉਣਾ, ਬੁੱਲਾਂ 'ਚੋਂ ਖੂਨ ਆਉਣਾ, ਗਮਸ ਦੇ ਵਿੱਚੋਂ ਬਲੱਡ ਆਉਣਾ, ਔਰ ਕਿਸੇ ਨੂੰ ਬਹੁਤ ਜ਼ਿਆਦਾ ਅਗਰ ਬਲੀਡਿੰਗ ਹੋਣ ਦਾ ਕਿਤੇ ਚਾਂਸ ਹੈ, ਕੋਈ ਪੇਸ਼ੈਂਟ ਕੋਈ ਆਪਣੇ ਹਾਰਟ ਦੀਆਂ ਦਵਾਈਆਂ ਲੈ ਰਹੇ ਨੇ, ਐਸਪਿਰਿਨ ਲੈ ਰਹੇ ਨੇ, ਖੂਨ ਪਤਲੇ ਦੀਆਂ ਦਵਾਈਆਂ ਲੈ ਰਹੇ ਨੇ, ਤਾਂ ਉਹਨਾਂ ਨੂੰ ਇਹ ਹੋਰ ਵੀ ਜ਼ਿਆਦਾ ਬਲੀਡਿੰਗ ਦੇ ਲੱਛਣ ਕਰ ਸਕਦਾ ਹੈ। ਸੋ ਇਹਦੇ ਵਿੱਚ ਇਹ ਮੇਨ ਸਿੰਪਟਮਸ ਨੇ। ਔਰ ਟੈਸਟ ਬੜਾ ਹੀ ਸਿੰਪਲ ਹੈ, ਔਰ ਦੂਸਰੇ ਦਿਨ ਹੀ ਬੁਖਾਰ ਦਾ ਟੈਸਟ ਜਿਹੜਾ ਉਹ ਪੋਜ਼ਿਟਿਵ ਜਾਂ ਨੈਗੇਟਿਵ ਆਪਾਂ ਨੂੰ ਇੱਕ ਸਿੰਪਲ ਬਲੱਡ ਟੈਸਟ, ਜਿਹਨੂੰ ਡੈਂਗੂ ਸੀਰੋਲੋਜੀ ਕਹਿੰਦੇ ਆ, ਉਹਦੇ 'ਚੋਂ ਪਤਾ ਲੱਗ ਜਾਂਦਾ। ਔਰ ਬਹੁਤ ਸਾਰੇ ਪੇਸ਼ੈਂਟਸ ਨੂੰ ਜ਼ਰੂਰੀ ਨਹੀਂ ਕਿ ਦਾਖਲ ਹੀ ਕਰਨਾ ਪਵੇ, ਜਿਹਦੇ ਪਲੇਟਲੇਟਸ ਠੀਕ ਨੇ, ਬਲੱਡ ਪ੍ਰੈਸ਼ਰ ਠੀਕ ਹੈ, ਕੋਈ ਉਲਟੀਆਂ ਨਹੀਂ ਲੱਗੀਆਂ ਹੋਈਆਂ, ਬੋਡੀ ਠੀਕ ਫੀਲ ਕਰਦੀ ਹੈ, ਉਹਨੂੰ ਆਪਾਂ ਘਰੇ ਹੀ ਦਵਾਈ ਦੇ ਕੇ ਪੇਸ਼ੈਂਟ ਨੂੰ ਠੀਕ ਕਰ ਸਕਦੇ ਹਾਂ। ਪਰ ਇਹਦੇ 4 ਗ੍ਰੇਡਸ ਨੇ। ਇੱਕ ਪੇਸ਼ੈਂਟ ਹੈ ਜਿਹਨੂੰ ਹਲਕਾ ਬੁਖਾਰ ਹੋਇਆ ਔਰ ਪੇਸ਼ੈਂਟ ਹੌਲੀ-ਹੌਲੀ ਠੀਕ ਹੋਣਾ ਸ਼ੁਰੂ ਹੋ ਗਿਆ। ਦੂਸਰਾ ਵੀ ਗ੍ਰੇਡ ਹੈ ਕਿ ਪੇਸ਼ੈਂਟ ਨੂੰ ਬੁਖਾਰ ਜ਼ਿਆਦਾ ਹੋਇਆ, ਸੈਲਸ ਤੁਸੀਂ ਰੋਜ਼ ਚੈੱਕ ਕੀਤੇ, ਨਾਟ ਸੈਲਸ, ਪਲੇਟਲੇਟਸ। ਮੈਂ ਇਸ ਲਈ ਕਹਿ ਰਹੀ ਕਿ ਆਮ ਲੋਕੀ ਸੈਲਸ ਕਹਿ ਦਿੰਦੇ ਉਹਨੂੰ, ਦੇ ਆਰ ਨਾਟ ਸੈਲਸ, ਦੇ ਆਰ ਪਲੇਟਲੇਟਸ। ਸੋ ਪਲੇਟਲੇਟਸ ਚੈੱਕ
करने होंदे ने और प्लेटलेट्स अगर काफ़ी घट जाते ने तो सानू प्लेटलेट ट्रांसफ्यूजन करनी पैंदी है कि आपां एक डोनर बंदे चों प्लेटलेट्स लैके जिस तरह आपां ब्लड कड्ढीदा है इस तरह ओनू एक प्रोसैस हुंदा है जिहदे च मशीन ते जिन्हों प्लेटलेट सैपरेशन सैग्रीगेशन मशीन कहते हैं ब्लड बैंक दे विच जाके क्रॉस मैच करके सेम ग्रुप का जिहड़ा डोनर है वो उस मशीन ते उहदा ब्लड कढ के उहदे चों प्लेटलेट्स कढ़ियां जांदियां ने ते फिर जिहड़ियां प्लेटलेट्स पेशेंट नूं जरूरत हुंदी है फिर उसनूं चढ़ाईयां जांदियां ने। ये प्रोसैस कोई 4 घंटे का प्रोसैस हुंदा है। डोनर इहदे विच बिल्कुल सेफ रहिंदा है क्योंकि फर्स्ट आइडिया ये हुंदा है कि हर चीज़ दे विच जिहड़ा बंदा डोनर कुछ भी डोनेट कर रहा है उसकी सेफ्टी एटमोस्ट इंपॉर्टेंट होती है। इस वास्ते डोनर का ब्लड ग्रुप भी पहला चैक किया जाता है और डोनर दी अपनियां प्लेटलेट्स भी पहला चैक कीतियां जांदियां। जे उहदियां प्लेटलेट्स 1.5 लाख या 1.25 लाख तो घट होंदियां ने तो फिर उहदियां प्लेटलेट्स नहीं भी लईयां जांदियां ताकि डोनर नूं कोई नुकसान ना होवे और जिहड़ा डोनर डोनेट करदा है उहदियां प्लेटलेट्स अगले 48 घंटे दे विच नॉर्मल हो जांदियां। सो ये पेशेंट्स नूं फिर असी अगर ਉਹਨੂੰ पेशेंट ਨੂੰ प्लेटलेट्स ਘਟਦੀਆਂ ਨੇ ਤਾਂ ਸਾਨੂੰ ਇਸ ਤਰ੍ਹਾਂ ट्रांसफ्यूज ਕਰਨੀਆਂ ਪੈਂਦੀਆਂ ਨੇ ਜਿਹਨੂੰ ਕਹਿੰਦੇ ਆ SDP ट्रांसफ्यूजन ਸਿੰਗਲ ਡੋਨਰ प्लेटलेट ट्रांसफ्यूजन ਤੇ ਇਹ ਉਹਨੂੰ ਹੀ ਦੇਣੀਆਂ ਪੈਂਦੀਆਂ ਜਿਹਦੀਆਂ प्लेटलेट्स ਘਟਣ। ਅਸੀਂ ਵੇਟ ਕਰਦੇ ਹਾਂ अगर ਤਾਂ पेशेंट सिम्टोमैटिक है पेशेंट ਨੂੰ ब्लीडिंग हो रही है फिर तो उस दियां अगर प्लेटलेट्स बहुत ज़्यादा ना भी घटिया होण तां भी उन्होंने देनियां पैंदियां। अगर पेशेंट नूं कोई सिम्पटम नहीं हैगा पेशेंट औखा नहीं हैगा तो असी 20,000 तक 15,000 तक 10,000 तक भी असी वेट कर लैंदे हां कि हाले वेट करिए अगर अपने आप वधन लग जाणगियां तो प्लेटलेट ट्रांसफ्यूज ना करिए पर अगर नहीं वधदियां तो फिर ट्रांसफ्यूज करनियां पैंदियां। इस वास्ते पेशेंट नूं एडमिट करके रेगूलरली उहदे टेस्ट करी जाइदे ने कि पेशेंट दा की कंडीशन हैगी इहनूं कदों चढ़ाउण दी लोड़ है किन्नी चढ़ाउण दी लोड़ हैगी और ब्लड बैंक साले 24 घंटे खुले हुंदे हैं क्योंकि सानूं किसी भी टाइम किसी भी चीज़ की लोड़ पै सकती हुंदी है। जदों असीं पेशेंट ज़्यादा बीमार किहड़ा हुंदा जिहड़ा पेशेंट दा ब्लड प्रेशर घटण लग जाए 90 तो घट जाए ग्रेड 3 डेंगी तक हो जाए या 70 तक चला जाए वो पेशेंट बहुत ज़्यादा सिक हो जाता ओदी जान नूं खतरा हो जाता और इनू कहते डेंगी हैमरेजिक फीवर ताकि ओदा ब्लड अंदरों ही बॉडी दे विचों ही कटना शुरू हो जाता है जिहदे करके कि पेशेंट शॉक का मतलब है ओदा ब्लड प्रेशर घट जाता है बहुत ज़्यादा। सो इनू असी शॉक कहने कि जदों ब्लड प्रेशर घट जाता है। अगर पेशेंट का ब्लड प्रेशर इन्ना घट गया है कि 60-70 हो गया तो ये दिस इज़ ए वेरी ग्रेव कंसर्न ये पेशेंट की जान नूं खतरा है इनू इमीजिएटली सारा कुछ दोबारा रिकूप करना बहुत ज़रूरी है बिकॉज जिहड़ी डेथ हुंदी है वो ग्रेड 4 डेंगी हैमरेजिक फीवर च ही हुंदी है क्योंकि जदों इस तरह की नौबत आ जाती है तो ब्रेन दे विच भी ब्लीडिंग शुरू हो सकती हुंदी है जिहड़ी कि आपां नूं बाहरों नज़र नहीं आती। एडिस इजिप्टाई दे मच्छर तो ही आपां बचा कर लांगे तो आपां डेंगू तो बचा कर लांगे। सो बेसिकली जिथे भी अपने कूलर ने अजकल कूलरां की लोड़ नहीं हैगी कूलर की लोड़ आपां बिना पानी तो चला सकते हैं अजकल क्योंकि ठंड हो गई है मॉइस्चर काफ़ी है हवा दे विच सो आपां नूं कूलरां की लोड़ नहीं है पੱਖਿਆਂ नाल काम सर सकता है अपना और पानी आपां खड़ा किते ना रखिए ना गमलियां दे विच ना आपां नालियां दे विच या ना किसी भी जगह दे विच जिहड़ा खड़ा पानी है वो पानी खराब करता चलदा पानी दा नहरां च पानी चलदा रहिंदा कोई नुकसान नहीं करता नहरां अपने तो दूर हुंदियां ने उत्थे कोई मच्छर भी नहीं बैठता ते ये जिहड़ा है ये चीज़ का बचाव रखना बहुत ज़रूरी है इहदे नाल बचाव कर सकांगे तो आपां डेंगू तो बचाव कर सकांगे। दूसरी बीमारी जिहदे बारे बार बार जिन्ना दस्सिया जाए उन्ना ही घट वो हैगी है शुगर मधुमेह डायबिटीज़ मेलाइटिस की बीमारी। ये भी मैं अगे भी जिक्र किया है कि टाइप 1 और टाइप 2 भी होंदी है। टाइप 1 होंदी है जिहड़ी जिथे पेशेंट्स नूं इंसुलिन की लोड़ पैंदी है और टाइप 2 हैगी है जिथे मोटापे की वजह नाल
ਇਨਸੂਲਿਨ ਰੈਜ਼ਿਸਟੈਂਸ ਦੀ ਵਜ੍ਹਾ ਦੇ ਨਾਲ ਪੇਸ਼ੈਂਟਸ ਨੂੰ ਡਾਇਬੀਟੀਜ਼ ਹੁੰਦੀ ਹੈ ਔਰ ਇਹ ਡਾਇਬੀਟੀਜ਼ ਇੰਨੀ ਜ਼ਿਆਦਾ ਹੈ ਕਿ ਇਹਦੇ ਬਾਰੇ ਨੌਲੇਜ ਰੱਖਣਾ ਅੱਜ ਦੀ ਡੇਟ ਦੇ ਵਿੱਚ ਹਰ ਸ਼ਖਸ ਲਈ ਬੜਾ ਹੀ ਜ਼ਰੂਰੀ ਹੈ ਕਿਉਂਕਿ ਆਪਾਂ 2025 ਤੱਕ ਹਿੰਦੁਸਤਾਨ ਡਾਇਬੀਟਿਕ ਕੈਪੀਟਲ ਬਣਨ ਵਾਲਾ ਹੈ ਵਰਲਡ। ਇਸ ਵਾਸਤੇ ਹਰੇਕ ਨੂੰ ਇਹਦੇ ਤੋਂ ਬਚਣ ਦੀ ਬਹੁਤ ਜ਼ਿਆਦਾ ਲੋੜ ਹੈ। ਕੋਵਿਡ ਦੇ ਟਾਈਮ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਹੈਲਥ ਬਾਰੇ ਸੁਣਿਆ, ਉਹਨੂੰ ਸਮਝਿਆ ਔਰ ਹੈਲਥ ਬਣਾਈ ਵੀ। ਇੱਕ ਪਾਸੇ ਉਹ ਸੀਗੇ ਜਿਨ੍ਹਾਂ ਨੇ ਐਕਸਰਸਾਈਜ਼ ਕੀਤੀ, ਚਾਹੇ ਉਹ ਬਾਹਰ ਨਹੀਂ ਗਏ, ਆਪਣੇ ਆਪਣੇ ਕੋਠਿਆਂ ਤੇ ਐਕਸਰਸਾਈਜ਼ ਕੀਤੀ, ਘਰ ਦਾ ਬਣਿਆ ਖਾਣਾ ਖਾਇਆ, ਘੱਟ ਖਾਇਆ, weight ਨੂੰ ਘਟਾਇਆ ਔਰ ਡਾਇਬੀਟੀਜ਼ ਤੋਂ ਨਜਾਤ ਪਾਈ ਜਾਂ ਕਹੀਏ ਕਿ ਡਾਇਬੀਟੀਜ਼ ਦੀ ਹੈਲਪ ਕੀਤੀ ਮੋਟਾਪਾ ਘਟਾਉਣ ਦੀ ਵਜ੍ਹਾ ਦੇ ਨਾਲ। ਬਹੁਤ ਜ਼ਰੂਰੀ ਹੈ ਹੈਲਥ। ਸਭ ਤੋਂ ਜ਼ਰੂਰੀ ਇਸ ਲਈ ਹੈ ਕਿ ਆਪਣੀ ਜਿਹੜੀ ਹੈ ਸਿੰਕਰੋਨਾਈਜੇਸ਼ਨ, ਆਪਣੀ ਆਤਮਾ, ਸੋਲ, ਸਰੀਰ, ਇਹਦੇ ਵਿੱਚ ਸਿੰਕਰੋਨਾਈਜੇਸ਼ਨ ਜਦੋਂ ਹੁੰਦੀ ਹੈ ਉਹਨੂੰ ਹੀ ਆਪਾਂ ਕੰਪਲੀਟ ਹੋਲਿਸਟਿਕ ਹੈਲਥ ਕਹਿ ਸਕਦੇ ਹਾਂ। ਔਰ ਇਹ ਸਭ ਤੋਂ ਜ਼ਿਆਦਾ ਇਸ ਦੀ ਸਾਨੂੰ ਜ਼ਰੂਰਤ ਹੈ ਹੀ ਹੈ। ਜਿੰਨਾ ਤੱਕ ਅਸੀਂ ਜਿਉਣਾ, ਅਸੀਂ ਅਨਹੈਲਦੀ ਸਰੀਰ ਦੇ ਵਿੱਚ ਅਸੀਂ ਜੀ ਨਹੀਂ ਸਕਦੇ। ਸੋ ਇਸ ਵਾਸਤੇ ਆਪਣੀ ਫਿਟਨੈਸ ਦਾ ਖਿਆਲ ਤਾਂ ਸਭ ਨੂੰ ਰੱਖਣਾ ਹੀ ਬਹੁਤ ਜ਼ਰੂਰੀ ਹੈ। ਫਿਟਨੈਸ ਮੀਨਸ ਮੋਟਾਪਾ ਜਿਹੜਾ ਉਸ ਤੋਂ ਬਚਾਂਗੇ ਤਾਂ 1000 ਬਿਮਾਰੀਆਂ ਤੋਂ ਬਚਾਂਗੇ, ਬਲੱਡ ਪ੍ਰੈਸ਼ਰ ਤੋਂ ਬਚਾਂਗੇ, ਸ਼ੂਗਰ ਤੋਂ ਬਚਾਂਗੇ ਔਰ ਸਲੀਪ ਐਪਨੀਆ ਸਿੰਡਰੋਮ ਵਰਗੀਆਂ ਬਿਮਾਰੀਆਂ ਔਰ ਸਾਹ ਔਖਾ ਆਉਣ ਦੀਆਂ, ਦਮੇ ਵਾਲੀਆਂ ਬਿਮਾਰੀਆਂ, ਇਹਨਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਂਗੇ। ਸੋ ਡਾਈਟ ਜਿਹੜੀ ਹੈ, ਮੈਂ ਸਭ ਤੋਂ ਜ਼ਿਆਦਾ ਅੱਜ ਜੋ ਦੱਸਣਾ ਚਾਹੁੰਦੀ ਹਾਂ ਉਹ ਡਾਈਟ ਬਾਰੇ ਦੱਸਣਾ ਚਾਹੁੰਦੀ ਹਾਂ ਕਿ ਸਾਨੂੰ ਸ਼ੂਗਰ ਦੇ ਪੇਸ਼ੈਂਟ ਨੂੰ ਖਾਸ ਕਰਕੇ ਕੀ ਡਾਈਟ ਅਪਣਾਉਣੀ ਚਾਹੀਦੀ ਹੈ। ਅਸੀਂ ਕਹਿੰਦੇ ਹਾਂ ਕਿ ਜਿਹੜੇ ਕਾਰਬੋਹਾਈਡਰੇਟਸ, ਜ਼ਿਆਦਾ ਕਾਰਬੋਹਾਈਡਰੇਟਸ ਨੇ ਜਿਵੇਂ ਸ਼ੂਗਰ, ਸ਼ੱਕਰ ਜਾਂ ਫਰੂਟਸ ਜਿਵੇਂ ਮੈਂਗੋ, ਇਸ ਤਰ੍ਹਾਂ ਦੇ ਜਿਹੜੇ ਫਲ ਨੇ ਇਹਨਾਂ 'ਚ ਬਹੁਤ ਜ਼ਿਆਦਾ ਸ਼ੂਗਰ ਹੈ। ਇਹ ਇਸ ਤਰ੍ਹਾਂ ਦਾ ਕਤਈ ਵੀ ਇਸਤੇਮਾਲ ਨਹੀਂ ਕਰਨਾ। ਔਰ ਦੂਸਰੇ ਗ੍ਰੇਨਸ ਜਿਸ ਤਰ੍ਹਾਂ ਮੈਦਾ, ਬਹੁਤ ਬਰੀਕ ਪਿਸਿਆ ਹੋਇਆ ਆਟਾ, ਇਹ ਬ੍ਰੈਡ, ਬਿਸਕਿਟ ਔਰ ਬਾਹਰਲੀਆਂ ਬਣੀਆਂ ਹੋਈਆਂ ਸਾਰੀਆਂ ਚੀਜ਼ਾਂ ਜਿਹੜੀਆਂ ਪੈਕਡ ਜੂਸਿਸ ਆਪਾਂ ਨੂੰ ਮਿਲ ਜਾਂਦੇ ਨੇ। ਕੋਈ ਉਹ ਕਹਿੰਦੇ ਜੀ ਇਹ ਕੋਕਾ ਕੋਲਾ ਇਹ ਕੈਲੋਰੀ ਫ੍ਰੀ ਹੈ, ਇਹ 0 ਕੈਲੋਰੀ ਹੈ। ਕੁਝ ਕੈਲੋਰੀ ਫ੍ਰੀ ਨਹੀਂ ਹੈ। ਕੁਝ ਪੈਕਡ ਫੂਡ ਦੇ ਪਿੱਛੇ ਨਾ ਜਾਓ। ਕੋਈ ਵੀ ਪੈਕਡ ਫੂਡ, ਕੋਈ ਵੀ ਜੂਸ ਐਸਾ ਨਹੀਂ ਹੁੰਦਾ ਜਿਹਦੇ ਵਿੱਚ ਸ਼ੂਗਰ ਐਜ਼ ਅ ਪ੍ਰੈਜ਼ਰਵੇਟਿਵ ਐਡ ਨਾ ਕੀਤੀ ਹੋਵੇ। ਸੋ ਆਲ ਜਿਹੜੇ ਪ੍ਰੀਜ਼ਰਵਡ ਫੂਡਸ ਨੇ, ਜਿਹੜੇ ਕੋਈ ਆਪਣੇ ਕੌਰਨਫਲੇਕਸ, ਹਰ ਤਰ੍ਹਾਂ ਦੇ ਚੋਕੋਸ ਔਰ ਉਹਨਾਂ ਦੇ ਵਿੱਚ ਸਭ ਦੇ ਵਿੱਚ ਸ਼ੂਗਰ ਹੁੰਦੀ ਹੈ। ਸੋ ਇਸ ਲਈ ਇਹ ਸ਼ੂਗਰ ਇੱਕਦਮ ਤੁਹਾਡੀ ਬਾਡੀ ਦੀ ਸ਼ੂਗਰ ਇਨਕਰੀਜ਼ ਕਰਦੀ ਹੈ ਔਰ ਇਹ ਤੁਹਾਨੂੰ ਇਮੀਡੀਏਟਲੀ ਨੁਕਸਾਨ ਪਹੁੰਚਾਉਂਦੀ ਹੈ। ਸਾਨੂੰ ਕੀ ਚਾਹੀਦਾ? ਕੰਪਲੈਕਸ ਕਾਰਬੋਹਾਈਡਰੇਟਸ। ਕੰਪਲੈਕਸ ਕਾਰਬੋਹਾਈਡਰੇਟਸ ਜਿਹੜੇ ਨੇ ਉਹ ਇੱਕਦਮ ਸ਼ੂਗਰ ਨਹੀਂ ਵਧਾਉਂਦੇ। ਜਿਸ ਤਰ੍ਹਾਂ ਪ੍ਰੋਟੀਨ ਡਾਈਟ ਹੋ ਗਈ ਜਾਂ ਫਰੂਟ ਸ਼ੂਗਰਸ ਜਿਹੜੀਆਂ ਹੋ ਗਈਆਂ, ਐਪਲ ਦੀ ਸ਼ੂਗਰ ਹੈ ਉਹ ਜ਼ਿਆਦਾ ਨਹੀਂ ਵਧਾਏਗੀ। ਅਮਰੂਦ ਔਰ ਥੋੜਾ ਬਹੁਤ ਐਪਲ, ਪਪਾਇਆ, ਇਹ ਚੀਜ਼ਾਂ ਜਿਹੜੀਆਂ ਹੈ ਇਹ ਫਰੂਟਸ ਤੁਹਾਡੇ ਲਈ ਅੱਛੇ ਨੇ। ਕੋਈ ਵੀ ਜਿਹੜਾ ਸੈਲਡ ਹੈ ਉਹ ਤੁਹਾਡਾ ਸ਼ੂਗਰ ਨਹੀਂ ਵਧਾਏਗੀ। ਔਰ ਸਟਫ ਕਰਕੇ ਪਰੌਂਠੇ, ਘੀ, ਇਹ ਸਭ ਕੁਝ ਖਰਾਬ ਚੀਜ਼ ਹੈ। ਅਸੀਂ ਫੂਡ ਨੂੰ ਸਿਲੈਕਟ ਕਰਨਾ ਹੈ। ਜਿਸ ਤਰ੍ਹਾਂ ਆਪਣੀ ਪਲੇਟ ਦੇ ਵਿੱਚ ਆਪਾਂ ਰੱਖੀਏ, ਆਪਾਂ ਪਲੇਟ ਨੂੰ 3 ਹਿੱਸਿਆਂ 'ਚ ਵੰਡੀਏ। ਇੱਕ ਹਿੱਸਾ ਸਾਡਾ ਜਿਹੜਾ ਵੱਡਾ ਹਿੱਸਾ ਹੈ ਉਹ ਪ੍ਰੋਟੀਨ ਹੋਣ, ਇੱਕ ਹਿੱਸੇ ਦੇ ਵਿੱਚ ਛੋਟੇ ਹਿੱਸੇ ਦੇ ਵਿੱਚ ਜਿਹੜਾ ਸਾਡਾ ਥੋੜੀ ਜਿਹੀ ਫੈਟ ਆਣੀ ਹੈ ਉਹ ਫੈਟ ਆਵੇ, ਇੱਕ ਹਿੱਸੇ ਦੇ ਵਿੱਚ ਸਾਡਾ ਕੰਪਲੈਕਸ ਕਾਰਬੋਹਾਈਡਰੇਟਸ ਆਣ। ਸੋ ਉਹ ਅਗਰ ਡਾਈਟ ਨੂੰ ਅਸੀਂ ਅਪਣਾਵਾਂਗੇ ਔਰ ਰਾਤ ਨੂੰ ਖਾ ਕੇ ਜ਼ਰੂਰ ਹਾਫ ਐਨ ਆਵਰ ਜਲਦੀ ਖਾਣਾ ਖਾ ਕੇ ਕੁਝ ਜ਼ਰੂਰ ਵਾਕ ਕਰੋ, 15 ਮਿੰਟ, 10 ਮਿੰਟ, ਹਾਫ ਐਨ ਆਵਰ, ਜਿੰਨਾ ਵੀ ਤੁਸੀਂ ਕਰ ਸਕਦੇ ਹੋ। ਸੌਣ ਤੋਂ ਪਹਿਲਾਂ ਉਹ ਤੁਹਾਡਾ ਪੇਟ ਹਲਕਾ ਹੋਵੇ ਜਦੋਂ ਤੁਸੀਂ ਸੌਂਦੇ ਹੋ, ਉਹ ਤੁਹਾਡੇ ਪਾਚਨ ਕਿਰਿਆ ਦੇ ਵਿੱਚ ਬਹੁਤ ਹੈਲਪਫੁਲ ਹੋਏਗਾ। ਸੋ ਇਹ ਸਭ ਬਹੁਤ ਜ਼ਰੂਰੀ ਚੀਜ਼ਾਂ ਨੇ ਜਿਹੜੀ ਅਸੀਂ ਕਿ ਸ਼ੂਗਰ ਵਾਸਤੇ ਦਵਾਈ ਤਾਂ ਖਾਣੀ ਹੈ। ਕੀ ਦਵਾਈ ਦੇਣੀ ਹੈ ਉਹ ਡਾਕਟਰ ਡਾਇਬੀਟੋਲੋਜਿਸਟ ਬਿਲਕੁਲ ਸਿਲੈਕਟ ਕਰਕੇ ਦਵਾਈ ਅਸੀਂ ਦਿੰਦੇ ਹਾਂ ਕਿ ਇੱਕੋ ਹੀ ਗੋਲੀ
ਕਿ ਉਹ ਦੂਸਰਾ ਬੰਦਾ ਲੈ ਰਿਹਾ ਮੈਂ ਵੀ ਉਹ ਲੈ ਲਾਂ, ਉਹ ਬਿਲਕੁਲ ਗਲਤ ਹੈ। ਹਰ ਪੇਸ਼ੈਂਟ ਵਾਸਤੇ ਡਿਫਰੈਂਟ ਦਵਾਈ ਹੁੰਦੀ ਹੈ। ਜਿਸ ਤਰ੍ਹਾਂ ਹਰ ਚੀਜ਼ ਕਿਸੇ ਦੇ ਫਿੱਟ ਨਹੀਂ ਆਉਂਦੀ, ਕਿਸੇ ਦਾ ਸਰੀਰ ਕਿਸੇ ਤਰ੍ਹਾਂ ਦਾ, ਕਿਸੇ ਦਾ ਸਰੀਰ ਕਿਸੇ ਤਰ੍ਹਾਂ ਦਾ, ਕਿਸੇ ਨੂੰ ਕਿਸ ਵਜ੍ਹਾ ਦੇ ਨਾਲ ਡਾਇਬੀਟੀਜ਼ ਹੋਈ ਹੈ, ਉਹ ਉਹਦੀ ਜੜ ਤੋਂ ਕਿਹੜੀ ਦਵਾਈ ਉਹਨੂੰ ਆਰਾਮ ਕਰੂਗੀ, ਉਹ ਤੁਹਾਡੇ ਲਈ ਡਾਇਬੀਟੋਲੋਜਿਸਟ, ਤੁਹਾਡੇ ਫਿਜ਼ੀਸ਼ੀਅਨ, ਡਾਕਟਰ ਉਹ ਸਿਲੈਕਟ ਕਰਨਗੇ ਤਾਂ ਤੁਸੀਂ ਉਹ ਦਵਾਈ ਹੀ ਲੈਣੀ ਹੈ। ਔਰ ਡਾਈਟ ਦਾ ਜਿਹੜਾ ਰੋਲ ਹੈ ਉਹ 80% ਜਿਹੜਾ ਇਲਾਜ ਹੈ ਸ਼ੂਗਰ ਦਾ, ਉਹ ਡਾਈਟ ਦਾ ਟ੍ਰੀਟਮੈਂਟ ਹੈ ਔਰ ਉਹ ਡਾਈਟ ਤੁਹਾਡੇ ਹੱਥ ਦੇ ਵਿੱਚ ਹੈ। ਔਰ ਇਸ ਡਾਈਟ ਨੂੰ ਜ਼ਰੂਰ ਫੋਲੋ ਕਰੋ, ਇਹਦੇ ਨਾਲ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਫਾਇਦਾ ਹੋ।